सुनिया सिद्ध पीर सुरनाथ, सुनिया तरत धवल आकाश, सुनिया दीप लो पाताल, सुनिया पोहे ना सकै काल। नानक भगतां सदा विगास, सुनिया दुख पाप का नाश। अनंत काल तो मनुख ने परमात्मा ਨੂੰ ਪ੍ਰਾਪਤ ਕਰਨ ਦੇ ਕਈ ਤਰੀਕੇ ਅਪਣਾਏ। ਸਾਧਕ ਪੁਰਸ਼ਾਂ ਨੇ ਸਰੀਰ ਵਿੱਚ ਮੌਜੂਦ ਤੱਤਾਂ ਦੇ ਸਾਧਨ ਦੁਆਰਾ ਪ੍ਰਭੂ ਪ੍ਰਾਪਤੀ ਦਾ ਯਤਨ ਕੀਤਾ। ਜਿਵੇਂ ਸਰੀਰ ਵਿੱਚ ਸਭ ਤੋਂ ਜ਼ਿਆਦਾ ਪਾਣੀ ਦੀ ਮਾਤਰਾ ਹੈ, ਇਸ ਕਰਕੇ ਸਾਧਕਾਂ ਨੇ ਬਾਰ-ਬਾਰ ਇਸ਼ਨਾਨ ਕਰਕੇ ਤੀਰਥਾਂ 'ਤੇ ਜਾ ਕੇ ਉਸ ਸ਼ਕਤੀ ਨੂੰ ਪ੍ਰਾਪਤ ਕਰਨ ਦਾ ਯਤਨ ਕੀਤਾ। ਇਸੇ ਪ੍ਰਕਾਰ ਜੇਠ ਹਾੜ ਦੀ ਗਰਮੀ ਵਿੱਚ ਜੋਗੀਆਂ ਨੇ ਧੂਣੇ ਬਾਲ ਕਰ ਉਸ ਨੂੰ ਅਗਨ ਸ਼ਕਤੀ ਦੁਆਰਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਮਨੁੱਖ ਦੇ ਸਰੀਰ ਵਿੱਚ ਬ੍ਰਹਮ ਅਗਨੀ ਹੈ। ਕਿਸੇ ਨੇ ਧਰਤੀ ਦੇ ਖਾਕ ਤੱਤ ਨੂੰ ਬਾਰ-ਬਾਰ ਮੱਥਾ ਟੇਕ ਕੇ ਉਸ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ। ਮਹਾਵੀਰ ਨੇ ਤਾਂ 4 ਘਾਟ ਕਹੇ ਹਨ ਜਿਨ੍ਹਾਂ ਤੋਂ ਉਸ ਪਾਰ ਜਾਣਿਆ ਜਾ ਸਕਦਾ ਹੈ, ਅਰਥਾਤ ਪਰਮਾਤਮਾ ਪ੍ਰਾਪਤ ਹੋ ਸਕਦਾ ਹੈ। ਉਹ ਘਾਟ ਹਨ ਸਾਧੂ ਦਾ, ਸਾਧਵੀ ਦਾ, ਸ਼ਾਵਕ ਦਾ ਅਤੇ ਸ਼ਾਵਿਕਾ ਦਾ। ਸ਼ਾਵਿਕ ਦਾ ਅਰਥ ਹੈ ਜਿਹੜਾ ਸੁਣਨ ਵਿੱਚ ਸਮਰੱਥ ਹੈ, ਜਿਹੜਾ ਸੁਣਨ ਦੀ ਕਲਾ ਸਿੱਖ ਗਿਆ, ਜਿਸਨੇ ਗਿਆਤ ਕਰ ਲਿਆ कि किमें सुनना है तो जिसने समझ लिया कि की सुनना है। इस प्रकार महावीर ने कहा कि कुछ तो साधना करके पार पुज जाते हैं, कुछ केवल सुन के उस तक पुज जाते हैं। जिहड़ा सुनन विच समर्थ नहीं है उसनों ही साधना की जरूरत पैंदी है। गुरु नानक साहिब जी ने जिहड़ा मार्ग अपनाया ਉਹਦੇ ਵਿੱਚ आकाश तत्व प्रधान है, किधरे मिट्टी प्रधान है, किधरे अग्नि प्रधान है, किधरे खाक प्रधान है, किधरे पानी प्रधान है। गुरु नानक साहिब जी ने आकाश तत्व ਨੂੰ प्रधान ਮੰਨਿਆ ਹੈ। ਸ਼ਬਦ ਆਕਾਸ਼ ਤੱਕ ਦਾ ਵਿਸ਼ਾ ਹੈ ਅਤੇ ਉਹਨਾਂ ਦਾ ਵਿਚਾਰ ਹੈ ਕਿ ਜੇਕਰ ਬਾਰ-ਬਾਰ ਉਸ ਸ਼ਬਦ ਨੂੰ ਸੁਣਦੇ ਰਹੀਏ ਤਾਂ ਉਹ ਅਨਾਹਦ ਨਾਦ ਨੂੰ ਜਨਮ ਦਿੰਦਾ ਹੈ ਅਤੇ ਦੈਵੀ ਸੰਪਦਾ ਪ੍ਰਾਪਤ ਹੋ ਜਾਂਦੀ ਹੈ। ਜੇ ਭੋਜਨ ਖਾਣ ਦੇ ਨਾਲ ਖੂਨ ਬਣਦਾ ਹੈ, ਠੀਕ ਇਸੇ ਪ੍ਰਕਾਰ ਸ਼ਬਦ ਸਰਵਨ ਕਰਕੇ ਦੈਵੀ ਸੰਪਦਾ ਬਣਦੀ ਹੈ। ਦਰਅਸਲ ਮਨੁੱਖ ਦੀ ਕਠਿਨਾਈ ਇਹ ਹੈ ਕਿ ਜੋ ਸੁਣਨਾ ਚਾਹੁੰਦਾ ਹੈ ਉਹ ਸੁਣਦਾ ਹੈ, ਜੋ ਕਿਹਾ ਜਾਂਦਾ ਹੈ ਉਹ ਨਹੀਂ ਸੁਣਦਾ। ਮਨੁੱਖ ਉਹੀ ਸੁਣਦਾ ਹੈ ਜੋ ਉਸ ਨੂੰ ਬਦਲੇ ਨਾ। ਜੋ ਮਨੁੱਖ ਨੂੰ ਬਦਲਦਾ ਹੈ ਉਸ ਨੂੰ ਉਹ ਬਹੁਤ ਘੱਟ ਸੁਣਦਾ ਹੈ, ਪਰ ਜਿਸ ਦੇ ਅੰਦਰ ਇਸ ਨੂੰ ਸੁਣਨ ਦੀ ਕਲਾ ਆ ਗਈ ਉਹ ਪਰਮਾਤਮਾ ਤੱਕ ਪਹੁੰਚ ਜਾਂਦਾ ਹੈ, ਉਹ ਪਰਮਾਤਮਾ ਨੂੰ ਪਾ ਜਾਂਦਾ ਹੈ। ਸ਼ਬਦ ਕੇਵਲ ਸੁਣਨ ਦਾ ਵਿਸ਼ਾ ਹੈ, ਪਰ ਇਸ ਨੂੰ ਇਹ ਸੁਣੇਗਾ ਜਿਹੜਾ ਆਪਣੇ ਅੰਦਰ ਦਾ ਵਾਰਤਾਲਾਪ ਤੋੜ ਦੇਵੇਗਾ, ਉਹੀ ਸੁਣਨ ਵਿੱਚ ਸਮਰੱਥ ਹੁੰਦਾ ਹੈ। ਸੁਣਨ ਦੀ ਕਲਾ, ਸੁਣਨ ਦੀ ਸ਼ਕਤੀ तद प्राप्त होती है जब अंदर का वार्तालाप बंद हो जाता है। फिर अनंत आकाश खुल जाते हैं ਅਤੇ जो सब अनजाणिया सी वो जाणिया पछाणिया हो जाता है। सारे सत्संगां का, सारे गुरुआं का एक ही उद्देश है कि किस तरह अंदर का वार्तालाप तोड़िया जाए, उसनूं तितर बितर किया जाए। जपजी साहिब की 8वीं पौड़ी सुनन की शक्ति का बहुत सुंदर वर्णन किया है। सुनिया है सिद्ध पीर सुरनाथ। शब्द श्रवण के नाल मनुख साधना करता है ਅਤੇ साधना के बाद वो सिद्ध बन जाता है। परमात्मा का नाम सुन सुन के मनुख पीर बन जाता है ਅਤੇ परमात्मा का नाम सुनन के नाल वो देवता भी बन जाता है। इत्थे तक कि वो सुनन के नाल नाथ भी बन सकता है। नाथ का मतलब जिसने अपने आप को नियंत्रित कर लिया,
ਕਈ ਦਫਾ ਮਨੁੱਖ ਕਿਸੇ ਦੇਸ਼ ਨੂੰ ਕੰਟਰੋਲ ਕਰਦਾ ਹੈ, ਪਰ ਆਪਣੇ ਆਪ ਨੂੰ ਕੰਟਰੋਲ ਨਹੀਂ ਕਰਦਾ। ਪਰ ਨਾਥ ਦਾ ਆਪਣੇ ਆਪ ਦੇ ਉੱਪਰ ਪੂਰਾ ਨਿਯੰਤਰਣ ਰਹਿੰਦਾ ਹੈ। ਸੁਣਿਆ ਧਰਤ ਧਵਲ ਆਕਾਸ਼। ਸੁਣ ਸੁਣ ਕੇ ਮਨੁੱਖ ਇਤਨੀ ਦੈਵੀ ਸੰਪਦਾ ਪ੍ਰਾਪਤ ਕਰ ਲੈਂਦਾ ਹੈ ਕਿ ਉਸਦੇ ਗਿਆਨ ਚਸ਼ੂ ਖੁੱਲ੍ਹ ਜਾਂਦੇ ਹਨ ਅਤੇ ਸਮਝ ਆ ਜਾਂਦੀ ਹੈ ਕਿ ਸਾਰੀ ਧਰਤੀ ਕਿਸੇ ਬਲ ਦੇ ਸਹਾਰੇ ਨਹੀਂ ਖੜੀ ਹੈ, ਬਲਕਿ ਨਾਮ ਦੇ ਆਸਰੇ ਖੜੀ ਹੈ। ਗੁਰਬਾਣੀ ਦਾ ਫਰਮਾਨ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮੰਡ। ਸੁਣਿਆ ਦੀਪ ਲੋ ਪਾਤਾਲ। ਸੁਣਨ ਦੇ ਨਾਲ ਸਾਇੰਟੀਫਿਕ ਅਪਰੋਚ, ਬੇਸਿਕ ਕੰਪੋਨੈਂਟ ਮਿਲ ਜਾਂਦੇ ਹਨ ਅਤੇ ਗਿਆਤ ਹੋ ਜਾਂਦਾ ਹੈ ਕਿ ਇਸ ਸੰਸਾਰ ਵਿੱਚ ਕਿਤਨੇ ਖੰਡ ਬ੍ਰਹਮੰਡ ਅਤੇ ਪਾਤਾਲ ਹਨ। ਕਬੀਰ ਸਾਹਿਬ ਜੀ ਨੇ ਬਾਣੀ 'ਚ ਖਿਆਲ ਦਿੱਤਾ, ਕੋਟ ਸੂਰ ਜਾ ਕੇ ਪ੍ਰਗਾਸ, ਕੋਟ ਮਹਾਦੇਵ ਔਰ ਕਵਲਾਸ। ਇਸ 'ਤੇ ਕਿਸੇ ਨੇ ਕਬੀਰ ਜੀ ਨੂੰ ਪੁੱਛਿਆ ਕਿ ਕਬੀਰ ਜੀ, ਤੁਹਾਨੂੰ ਕਿਵੇਂ ਗਿਆਤ ਹੋਇਆ ਕਿ ਕਰੋੜਾਂ ਹੀ ਸੂਰਜ ਹਨ? ਕਬੀਰ ਸਾਹਿਬ ਜੀ ਨੇ ਬਹੁਤ ਸੁੰਦਰ ਜਵਾਬ ਦਿੱਤਾ। ਕਹਿੰਦੇ ਹਨ, ਕਹਿ ਕਬੀਰ ਜਾਣੇਗਾ ਸੋਈ, ਹਿਰਦੈ ਰਾਮ ਮੁਖ ਰਾਮੈ ਹੋਈ। ਅਰਥਾਤ ਹਿਰਦੇ ਵਿੱਚ ਈਸ਼ਵਰ ਦਾ ਨਾਮ ਹੈ ਤਾਂ ਸਭ ਕੁਝ ਜਾਣ ਲਿਆ ਜਾਂਦਾ ਹੈ, ਸਭ ਕੁਝ ਸੰਭਵ ਹੈ। ਸੁਣਿਆ ਪੋਹੇ ਨਾ ਸਕੈ ਕਾਲ। ਸੁਣਨ ਦੇ ਨਾਲ ਮੌਤ ਨੇੜੇ ਨਹੀਂ ਆਉਂਦੀ। ਇੱਕ ਵਾਰ ਮਨੁੱਖ ਨੇ ਸੁਣਨਾ ਜਾਣ ਲਿਆ, ਫਿਰ ਕੈਸੀ ਮੌਤ, ਕਿਉਂਕਿ ਸੁਣਨ ਵਾਲੇ ਨੂੰ ਸਾਖੀ ਦਾ ਬੋਧ ਹੋ ਜਾਂਦਾ ਹੈ। ਸਿੱਖ ਦੀ ਜ਼ਿੰਦਗੀ 'ਚ 3 ਸੱਸੇ ਆ ਜਾਣ ਤਾਂ ਸੁਣਨਾ ਸਫਲ ਹੋ ਜਾਂਦਾ ਹੈ। ਨੰਬਰ 1 ਸੱਸਾ ਸੁਣਨਾ, ਨੰਬਰ 2 ਸਮਝਣਾ ਔਰ ਨੰਬਰ 3 ਸੱਸਾ ਸਮਾ ਜਾਣਾ। ਨਾਨਕ ਭਗਤਾਂ ਸਦਾ ਵਿਗਾਸ। ਭਗਤ ਜਨ ਸदैव ਖੇੜੇ ਵਿੱਚ ਰਹਿੰਦੇ ਹਨ। ਉਹ ਕਿਸੇ ਵੀ ਪਰਿਸਥਿਤੀ ਵਿੱਚ ਦੁਖੀ ਨਹੀਂ ਹੁੰਦੇ, ਸ਼ਿਕਾਇਤ ਨਹੀਂ ਕਰਦੇ, ਸ਼ੁਕਰਾਨਾ ਕਰਦੇ ਹਨ। ਇਸ ਕਰਕੇ ਇਸ ਅਵਸਥਾ ਨੂੰ ਵਿਗਾਸ ਦੀ ਅਵਸਥਾ ਕਿਹਾ ਜਾਂਦਾ ਹੈ। ਸੁਣਿਆ ਹੈ ਦੁੱਖ ਪਾਪ ਕਾ ਨਾਸ। ਸੁਣ ਕੇ ਪਾਪ ਖਤਮ ਹੋ ਜਾਂਦੇ ਹਨ। ਪਾਪ ਖਤਮ ਹੋਣ ਨਾਲ ਦੁੱਖ ਖਤਮ ਹੋ ਜਾਂਦਾ ਹੈ, ਕਿਉਂਕਿ ਦੁੱਖ ਪਾਪ ਦਾ ਹੀ परिणाम है। संगत जी, इस प्रकार जिसनों सुनन की कला आ जाए वो हमेशा खेड़े च रहिंदा है। सुनना की है? अमृत बाणी हर हर तेरी, सुन सुन होवै परम गत बेदी। यही अरदास करनी है। वाहिगुरु जी का खालसा, वाहिगुरु जी की फतेह।